ਪਟਿਆਲਾ ਹਾਊਸ ਕੋਰਟ ਤੋਂ ਡਰ ਜਿਹੜਾ ਹੈਗਾ ਲਾਰੈਂਸ ਦੇ ਚਿਹਰੇ ਤੇ ਦੇਖਿਆ ਜਾ ਸਕਦਾ, ਉਹ ਟੈਨਸ਼ਨ ਉਹ ਜਿਹੜੀ ਹੈਗੀ ਉਹ ਨਜ਼ਰ ਆ ਰਹੀ ਹੈ ਕਿ ਹੁਣ ਕੀ ਹੋਏਗਾ, ਨੈਕਸਟ ਕੀ ਹੋਏਗਾ। ਕਿਉਂਕਿ ਇਹ ਜਿਹੜੀ ਗੱਲ ਤੁਸੀਂ ਵੀ ਕਹਿ ਰਹੇ ਸੀਗੇ ਕਿ ਕਹਿਣਾ ਕਿ ਅਸੀਂ ਇਹ ਕਤਲ ਕੀਤਾ ਹੈ, ਇਹ ਜ਼ਿੰਮੇਵਾਰੀ ਲੈ ਲੈਣਾ ਔਰ ਆਪਣੇ ਆਪ ਨੂੰ ਜਿਹੜਾ ਹੈਗਾ ਗੈਂਗਸਟਰ ਵਜੋਂ ਪੇਸ਼ ਕਰਨਾ, ਪਰ ਜਦੋਂ ਸਾਹਮਣਾ ਪੁਲਿਸ ਦੇ ਨਾਲ ਹੁੰਦਾ ਹੈ ਔਰ ਉਹ ਵੀ ਪੰਜਾਬ ਪੁਲਿਸ ਦੇ ਨਾਲ, ਤਾਂ ਫਿਰ ਕਿਤੇ ਨਾ ਕਿਤੇ ਟੈਨਸ਼ਨ ਜਿਹੜੀ ਹੈਗੀ ਉਹ ਵੱਧ ਜਾਂਦੀ ਹੈ। ਔਰ ਟੈਨਸ਼ਨ ਜਿਹੜੀ ਹੈਗੀ ਉਹ ਵਧੀ ਹੋਈ ਨਜ਼ਰ ਆਈ ਲਾਰੈਂਸ ਬਿਸ਼ਨੋਈ ਦੀ। ਪੰਜਾਬ ਆਉਣ ਦਾ ਮਤਲਬ ਲਾਰੈਂਸ ਨੂੰ ਇਹ ਪਤਾ ਹੈ ਕਿਉਂਕਿ ਉਸਕੇ ਰਾਈਵਲਰੀ ਗੈਂਗ ਜਿਹੜੇ ਹੈਗੇ ਹੈ ਉਹ ਵੀ ਐਕਟਿਵ ਨੇ। ਬੰਬੀਹਾ ਦਵਿੰਦਰ ਬੰਬੀਹਾ ਬੇਸ਼ੱਕ ਉਹ ਮਾਰਿਆ ਜਾ ਚੁੱਕਾ, ਉਸਦਾ ਐਨਕਾਊਂਟਰ ਹੋ ਗਿਆ ਸੀਗਾ, ਪਰ ਉਸਦੀ ਗੈਂਗ ਨੂੰ ਚਲਾਉਣ ਵਾਲੇ ਜਿਹੜੇ ਹੈਗੇ ਉਹ ਐਕਟਿਵ ਨੇ। ਸ਼ਾਇਦ ਇਹ ਤਰਾਸਦੀ ਹੈ ਇੱਕ ਜੇਕਰ ਗੱਲ ਕੀਤੀ ਜਾਵੇ, ਕਿਉਂਕਿ ਇਹ ਗੈਂਗਵਾਰ ਇੰਨਾ ਵੱਡਾ ਮੁੱਦਾ ਹੈ। ਬੇਸ਼ੱਕ ਮੁੱਖ ਜਿਹੜਾ ਮੁਲਜ਼ਮ ਹੁੰਦਾ ਜਾਂ ਮੁੱਖ ਜਿਹੜਾ ਉਹਨਾਂ ਦਾ ਸਰਗਨਾ ਹੁੰਦਾ ਉਹ ਮਾਰਿਆ ਜਾਂਦਾ, ਪਰ ਉਸ ਤੋਂ ਬਾਅਦ ਬਹੁਤ ਸਾਰੇ ਅੱਗੇ ਗੁਰਗੇ ਜਾਂ ਕਹਿ ਲਈ ਉਹਨਾਂ ਦੇ ਭੈਣ ਭਰਾ ਜਾਂ ਸਕੇ ਸੰਬੰਧੀ ਜਿਹੜੇ ਨੇ ਰਿਸ਼ਤੇਦਾਰ, ਉਹ ਵੀ ਉਸ ਗੈਂਗ ਦੇ ਨਾਲ ਜੁੜੇ ਹੁੰਦੇ ਨੇ ਔਰ ਉਜਾਗਰ ਹੋਣੇ ਸ਼ੁਰੂ ਹੋ ਜਾਂਦੇ ਔਰ ਗੁੱਸਾ ਕਹਿ ਸਕਦੇ ਆ ਕਿ ਦੁੱਗਣੇ ਤੋਂ ਚੌਗਣਾ ਹੋ ਕੇ ਅੱਗੇ ਫੁੱਟਦਾ ਨਜ਼ਰ ਆਉਂਦਾ। ਤਾਂ ਸ਼ਾਇਦ ਅਜਿਹੀ ਵਾਰਦਾਤ ਕਤਲकांड ਤਾਈਓ ਹੁੰਦੇ ਨੇ। ਕਲੋਜ਼ ਏਡੀਜ਼ ਦੀ ਜਿਹੜੀ ਗੱਲ ਹੈਗੀ ਹੈ, ਜੋ ਜਿਹੜਾ ਸਵਾਲ ਤੁਸੀਂ ਪਹਿਲਾਂ ਹੀ ਪੁੱਛਿਆ ਸੀਗਾ ਕਿ ਸਿੱਧੂ ਮੂਸੇਵਾਲਾ ਨੂੰ ਕੀ ਸ਼ੱਕ ਦੇ ਆਧਾਰ ਤੇ ਸਿਰਫ ਮਾਰ ਦਿੱਤਾ ਗਿਆ, ਇਹ ਸਾਰੀਆਂ ਗੱਲਾਂ ਆਪਸ ਦੇ ਵਿੱਚ ਜੁੜਦੀਆਂ ਨੇ। ਤੁਸੀਂ ਇੱਕ ਗੱਲ ਸਮਝੋ ਕਿ ਇਹ ਪੂਰਾ ਸਿਨੈਰੀਓ ਜਿਹੜਾ ਹੈਗਾ ਔਰ ਇਸ ਨੂੰ ਜੇਕਰ ਤੁਸੀਂ ਐਸ ਕੰਪੈਰੀਟਿਵ ਟੂ ਬਾਲੀਵੁੱਡ ਦੇ ਨਾਲ ਜੋੜੋਗੇ ਤਾਂ ਬਾਲੀਵੁੱਡ ਦੇ ਵਿੱਚ ਅੰਡਰਵਰਲਡ ਦਾ ਜਿਹੜਾ ਦਬਦਬਾ ਹੈਗਾ, ਪੰਜਾਬ ਦੀ 뮤직 ਇੰਡਸਟਰੀ ਦੇ ਵਿੱਚ ਗੈਂਗਸਟਰ ਵੀ ਉਸੇ ਤਰੀਕੇ ਦਾ ਦਖਲ ਦੇਣ ਦੀ ਕੋਸ਼ਿਸ਼ ਕਰਦੇ ਨੇ। ਔਰ ਇਹ ਇੱਕ ਵਾਰ ਨਹੀਂ ਹੈ, ਇਹ ਸਿੱਧੂ ਮੂਸੇਵਾਲੇ ਦੇ ਕਤਲकांड ਦੀ ਗੱਲ ਨਹੀਂ ਹੈ, ਉਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਪੰਜਾਬ ਦੀ 뮤직 ਇੰਡਸਟਰੀ ਦੇ ਜਿਹੜੇ ਸਿਤਾਰੇ ਨੇ, ਜਿਹੜੇ ਗਾਇਕ ਨੇ, ਉਹਨਾਂ ਤੇ ਇਸ ਤਰੀਕੇ ਦੇ ਅਟੈਕ ਜਿਹੜਾ ਹੈਗੇ ਹੋਏ ਨੇ। ਉਹ ਭਾਵੇਂ ਪਰਮੇਸ਼ ਵਰਮਾ ਤੇ ਅਟੈਕ ਕੀਤਾ ਗਿਆ ਹੋਵੇ ਜਾਂ ਉਸ ਤੋਂ ਪਹਿਲਾਂ ਵੀ ਜਿਹੜਾ ਹੈਗਾ ਸਿੰਗਰਸ ਦੇ ਨਾਲ ਜਿਹੜੇ ਹੈਗੇ ਕੁਐਸਚਨ ਮਾਰਕ ਜਿਹੜੇ ਹੈਗੇ ਉਹਨਾਂ ਤੇ ਲਿਆ ਗਿਆ, ਆਰਟਿਸਟ ਜਿਹੜੇ ਹੈਗੇ ਉਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਤੇ ਕੁਐਸਚਨ ਮਾਰਕ ਲੱਗਿਆ, ਗੈਂਗਸਟਰਸ ਕੁਐਸਚਨ ਮਾਰਕ ਲਾ ਰਹੇ ਸੀਗੇ, ਗਿੱਪੀ ਗਰੇਵਾਲ ਦਾ ਨਾ ਹੋਵੇ, ਉਹਨਾਂ ਨੂੰ ਧਮਕੀਆਂ ਜਿਹੜਾ ਹੈਗਾ ਦਿੱਤੀਆਂ ਗਈਆਂ। ਤੇ ਇਹ ਜਿਹੜਾ ਹੈਗਾ ਪ੍ਰੋਸੀਜਰ ਜਿਹੜਾ ਹੈਗਾ ਬਹੁਤ ਲੰਮਾ ਹੈਗਾ। ਤੇ ਇਹ ਸਭ ਜੁੜਾ ਕਿਵੇਂ ਹੈ ਕਿ ਇੱਕ ਗੈਂਗ ਤੁਹਾਨੂੰ ਕਹਿੰਦਾ ਕਿ ਠੀਕ ਹੈ, ਜਿਵੇਂ ਪੰਜਾਬ ਦੇ ਵਿੱਚ ਨਾਰਮਲੀ ਇੱਕ ਗੱਲ ਕੀਤੀ ਜਾਂਦੀ ਹੈ, ਅਸੀਂ ਜਿਸ ਦਿਨ ਸਿੱਧੂ ਮੂਸੇਵਾਲਾ ਦਾ ਅੰਤਮ ਸੰਸਕਾਰ ਸੀਗਾ ਉਸ ਦਿਨ ਵੀ ਇਹ ਗੱਲ ਕਰ ਰਹੇ ਸੀਗੇ ਕਿ ਜਿਵੇਂ ਇੱਕ ਗੈਂਗ ਕਹਿੰਦਾ ਹੈ ਕਿ ਪੰਜਾਬ ਦੇ ਵਿੱਚ ਨਾਰਮਲੀ ਇਹ ਗੱਲ ਹੁੰਦੀ ਹੈ ਕਿ ਇਹ ਆਪਣਾ ਭਾਈ ਹੈ, ਇਹ ਆਪਣਾ ਬੰਦਾ ਹੈ। ਇਹ ਜਿਹੜਾ ਤਰੀਕਾ ਹੈ, ਇੱਕ ਗੈਂਗ ਨੇ ਕਿਸੇ ਵੀ ਸਟਾਰ ਨੂੰ ਕਹਿਤਾ ਕਿ ਤੁਸੀਂ ਟੈਨਸ਼ਨ ਨਹੀਂ ਲੈਣੀ, ਤੁਹਾਡੀ ਪ੍ਰੋਟੈਕਸ਼ਨ ਅਸੀਂ ਕਰਾਂਗੇ। ਉਸ ਗੈਂਗ ਦਾ ਰਾਈਵਲਰੀ ਜਿਹੜਾ ਹੈਗਾ, ਸਟਾਰ ਇਨਵੋਲਵ ਨਹੀਂ ਹੈਗਾ ਸਿੱਧੇ ਤੌਰ ਤੇ, ਪਰ ਕਿਉਂਕਿ ਉਸ ਨੂੰ ਰਾਈਵਲਰੀ ਗੈਂਗ ਨੇ ਪ੍ਰੋਟੈਕਸ਼ਨ ਦਿੱਤੀ ਹੈ ਤਾਂ ਉਸ ਤੇ ਲਈ ਟਾਰਗੇਟ ਬਿਲਕੁਲ। ਤੇ ਰਾਈਵਲਰੀ ਜਿਹੜੀ ਗੈਂਗਸ ਦੀ ਰਾਈਵਲਰੀ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਫਿਰ ਸਾਹਮਣੇ ਆਂਦੀ ਹੈ ਇਸ ਰੂਪ ਦੇ ਵਿੱਚ, ਜਿਹੜਾ ਸਭ ਤੋਂ ਭਿਆਨਕ ਰੂਪ ਸਾਹਮਣੇ ਆਇਆ। ਸ਼ਾਇਦ ਮਨਕੀਰਤ ਔਲਖ ਦਾ ਇੱਥੇ ਥੋੜਾ ਜ਼ਿਕਰ ਕਰਾਂਗੇ ਕਿਉਂਕਿ ਉਹ ਤਸਵੀਰਾਂ ਵੀ ਨਾਲ ਸਾਹਮਣੇ ਆਈਆਂ ਸੀ ਔਰ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਕਿ ਮੇਰਾ ਇਸ ਦੇ ਵਿੱਚ ਕੋਈ ਲਿੰਕ ਨਹੀਂ ਹੈਗਾ, ਮੈਨੂੰ ਜੋ ਜਾਨੋਂ ਮਾਰਨ ਦੀਆਂ ਧਮਕੀਆਂ ਤੁਸੀਂ ਦੇ ਰਹੇ ਹੋ। ਇਹਦੇ ਵਿੱਚ ਵੀ ਦੇਖੋ ਦੋ ਚੀਜ਼ਾਂ ਨੇ। ਮਨਕੀਰਤ ਔਲਖ ਦਾ ਨਾਮ ਵੀ ਜਿਵੇਂ ਸਾਹਮਣੇ ਆਇਆ, 8 ਸਾਲ ਪੁਰਾਣੀ ਇੱਕ ਤਸਵੀਰ ਹੈ ਜਿਸ ਦੇ ਵਿੱਚ ਮਨਕੀਰਤ ਔਲਖ ਲਾਰੈਂਸ ਬਿਸ਼ਨੋਈ ਦੇ ਨਾਲ ਖੜਾ ਹੋਇਆ ਨਜ਼ਰ ਆਉਂਦਾ ਔਰ ਉਸ ਨੂੰ ਕਹਿ ਰਿਹਾ ਕਿ ਲਾਰੈਂਸ ਬਾਈ ਨੂੰ ਛੇਤੀ ਰੱਬ ਬਾਹਰ ਕੱਢੇ। ਉਸ ਵੇਲੇ ਦੀ ਪੋਜੀਸ਼ਨ ਕੀ ਰਹੀ ਹੋਣੀ ਔਰ 8 ਸਾਲਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਕਿਤੇ ਔਰ ਮਨਕੀਰਤ ਔਲਖ ਕਿਤੇ ਹੈ, ਉਹ ਦੋਵੇਂ ਸਪੇਸ ਅਲੱਗ-ਅਲੱਗ ਨੇ। ਸੋ ਕਿਤੇ ਨਾ ਕਿਤੇ ਸਾਨੂੰ ਇਹ ਸਮਝਣਾ ਹੋਏਗਾ ਕਿ ਇਹ ਜਿਹੜਾ ਇਹ ਕਹਿਣਾ ਕਿ ਇਹ ਆਪਣਾ ਬੰਦਾ ਹੈ ਔਰ ਉਹ ਆਪਣਾ ਬੰਦਾ ਹੋਣਾ ਹੀ ਕਈ ਵਾਰ ਸਟਾਰਸ ਦੇ ਲਈ ਮੁਸ਼ਕਿਲ ਖੜੀ ਕਰ ਦਿੰਦਾ ਹੈ। ਦੂਜਾ ਜਿਹੜਾ ਰਾਈਵਲਰੀ ਗੈਂਗ ਹੈਗਾ, ਭਾਵੇਂ ਉਹ ਇਸ ਵੇਲੇ ਦੀ ਸਿਚੁਏਸ਼ਨ ਹੋਵੇ, ਬੰਬੀਹਾ ਗੈਂਗ ਵਰਸਸ ਲਾਰੈਂਸ ਬਿਸ਼ਨੋਈ ਗਰੁੱਪ ਹੋਵੇ ਜਾਂ ਇਸ ਤੋਂ ਪਹਿਲਾਂ ਦੇ ਕੇਸਿਸ ਰਹੇ ਹੋਣ, ਸਾਰਿਆਂ ਦੇ ਵਿੱਚ ਸਿਨੈਰੀਓ ਜਿਹੜਾ ਹੈਗਾ ਆਲਮੋਸਟ ਸੇਮ। ਇੱਕ ਜ਼ਿਕਰ ਹੋਰ ਕਰਾਂਗੇ ਇਸ ਦੇ ਵਿੱਚ ਕਿਉਂਕਿ ਫਿਰੌਤੀ ਦਾ ਜ਼ਿਕਰ ਹਮੇਸ਼ਾ ਹੁੰਦਾ ਔਰ ਇਹ ਵੀ ਕਿਹਾ ਜਾਂਦਾ ਕਿਉਂਕਿ ਜਿਵੇਂ ਇੱਕ ਵੀਡੀਓ ਸਿੱਧੂ ਮੂਸੇਵਾਲਾ ਦੀ ਪਹਿਲਾਂ ਦੀ ਪੁਰਾਣੀ ਸਾਹਮਣੇ ਆਈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ, ਕੀ ਫਿਰੌਤੀਆਂ ਮੰਗੀਆਂ ਜਾਂਦੀਆਂ ਨੇ ਔਰ ਜੇਕਰ ਉਸ ਤੋਂ ਮਨਾਹੀ ਹੁੰਦੀ ਹੈ ਤਾਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ। ਇੱਕ ਵੱਡਾ ਕਾਰਨ ਇੱਥੇ ਪੈਸਾ ਵੀ ਮੰਨਿਆ ਜਾਵੇ ਜਾਂ ਸਿਰਫ ਜਿਹੜੀ ਇਹ ਭਾਈ ਬੰਦੂ ਹੀ ਕਹਿ ਸਕਦੇ ਆ। ਮੈਂ ਥੋੜਾ ਜਿਹਾ ਕਰੈਕਟ ਕਰਦਾ, ਫਿਰੌਤੀ ਜਿਹੜਾ ਵਰਡ ਹੈ ਅਸਲ ਮਾਇਨੇ ਵਿੱਚ ਕ੍ਰਾਈਮ ਦੀ ਦੁਨੀਆ ਵਿੱਚ ਫਿਰੌਤੀ ਲਈ ਜਾਂਦੀ ਹੈ ਅਗਵਾ ਕਰਨ ਦੇ ਕੇਸ ਦੇ ਵਿੱਚ। ਜਦੋਂ ਕਿਸੇ ਨੂੰ ਕਿਡਨੈਪ ਕੀਤਾ ਜਾਂਦਾ ਤਾਂ ਉਸ ਦੇ ਲਈ ਫਿਰੌਤੀ ਮੰਗੀ ਜਾਂਦੀ ਹੈ। ਜਿਹੜਾ ਇੱਥੇ ਪੈਸਾ ਮੰਗਿਆ ਜਾਂਦਾ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਪ੍ਰੋਟੈਕਸ਼ਨ ਮਨੀ ਕਹਿੰਦੇ ਆ, ਉਸ ਨੂੰ ਕ੍ਰਾਈਮ ਦੇ ਵਿੱਚ ਰੰਗਦਾਰੀ ਕਿਹਾ ਜਾਂਦਾ। ਰੰਗਦਾਰੀ ਜਿਹੜੀ ਹੈਗੀ ਉਹ ਮੰਗੀ ਜਾਂਦੀ ਹੈ। ਔਰ ਰੰਗਦਾਰੀ ਕਿਉਂ ਮੰਗਦੇ ਆ? ਕਿਉਂਕਿ ਜਿਹੜਾ ਵੀ ਆਰਟਿਸਟ ਹੈਗਾ ਔਰ ਜਿਹੜਾ ਜਿਸ ਦੀ ਚੜ੍ਹਾਈ ਹੈਗੀ, ਜਿਹੜੇ ਆਪਾਂ ਸਿੱਧੀ ਪੰਜਾਬੀ ਚ ਕਹੀਏ ਜਿਸ ਦੀ ਚੜ੍ਹਾਈ ਹੈਗੀ, ਉਸ ਦੇ ਕੋਲ ਪੈਸਾ ਅਨਲਿਮਿਟਿਡ ਹੁੰਦਾ ਹੈ। ਇਹ ਗੈਂਗਸਟਰ ਨੂੰ ਵੀ ਪਤਾ ਹੁੰਦਾ ਹੈ, ਕ੍ਰਿਮੀਨਲ ਨੂੰ ਵੀ ਪਤਾ ਹੁੰਦਾ ਹੈ ਔਰ ਉਸ ਪੈਸੇ ਚੋਂ ਸਾਰਾ ਵਾਈਟ ਨਹੀਂ ਹੁੰਦਾ। ਇਹ ਵੀ ਇੱਕ ਆਪਣੇ ਆਪ ਵਿੱਚ ਵੱਡਾ ਕੁਐਸਚਨ ਮਾਰਕ ਉੱਠਦਾ ਹੈ ਕਈ ਵਾਰ ਕਿ ਇੰਡਸਟਰੀ ਸਾਰੀ ਵਾਈਟ ਤੇ ਨਹੀਂ ਚੱਲਦੀ। ਉਹਦੇ ਵਿੱਚ ਬਹੁਤ ਸਾਰੀ ਪੇਮੈਂਟ ਜਿਹੜੀ ਹੈਗੀ ਉਹ ਵਾਈਟ ਦੇ ਵਿੱਚ ਹੁੰਦੀ ਔਰ ਅਕਸਰ ਹੁੰਦਾ ਬਿਜ਼ਨਸ ਦਾ ਇੱਕ ਪਾਰਟ ਹੈਗਾ। ਵਾਈਟ ਐਂਡ ਬਲੈਕ ਜਿਹੜਾ ਹੈਗਾ ਉਹ ਬਿਜ਼ਨਸ ਦਾ ਪਾਰਟ ਹੈ ਕਿ ਇੰਨਾ ਜਿਹੜਾ ਹੈਗਾ ਉਹ ਵਾਈਟ ਪੇਮੈਂਟ ਹੋ ਜਾਏਗੀ, ਔਨ ਰਿਕਾਰਡ ਆ ਜਾਏਗਾ ਔਰ ਇੰਨਾ ਜਿਹੜਾ ਹੈਗਾ ਉਹ ਕੈਸ਼ ਹੋ ਜਾਏਗਾ ਉਹ ਸਿੱਧਾ। ਤੇ ਇਸ ਕਰਕੇ ਉਸ ਪੈਸੇ ਤੇ ਨਜ਼ਰ ਜਿਹੜੀ ਹੈਗੀ ਉਹ ਕ੍ਰਿਮੀਨਲ ਬਣਾ ਕੇ ਰੱਖਦੇ ਨੇ ਕਿ ਕਿੰਨਾ ਪੈਸਾ ਇਸ ਦੇ ਕੋਲ ਆ ਰਿਹਾ ਔਰ ਉਸ ਤੇ ਚੋਂ ਸਾਨੂੰ ਕੀ ਮਿਲ ਸਕਦਾ ਹੈ। ਸਿਰਫ ਇਹ ਰਸੂਖ ਦਿਖਾ ਕੇ ਜਾਂ ਆਪਣਾ ਇਹ ਡਰ ਦਿਖਾ ਕੇ ਉਹ ਪੈਸਾ ਵਸੂਲ ਕਰਨਾ ਵੀ ਇੱਕ ਪਾਰਟ ਉਸਦਾ ਹੁੰਦਾ ਹੈ। ਔਰ ਜਿਸ ਤਰੀਕੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਕੰਟਰੈਕਟ ਕਿਲਿੰਗ ਸੀਗੀ, ਇਹ ਤਾਂ ਕਨਫਰਮ ਹੈ। ਕੰਟਰੈਕਟ ਕਿਲਿੰਗ ਕਿਉਂ ਸੀਗੀ? ਕਿਉਂਕਿ ਇਸ ਦੇ ਵਿੱਚ ਨਾ ਤਾਂ ਗੋਲਡੀ ਬਰਾੜ ਡਾਇਰੈਕਟ ਇਨਵੋਲਵ
ਉਸ ਤਰੀਕੇ ਨਾਲ ਹੈ ਕਿ ਗੋਲਡੀ ਬਰਾੜ ਨੇ ਆਕੇ ਆਪ ਗੋਲੀ ਮਾਰੀ ਹੋਵੇ ਨਾ ਲਾਰੈਂਸ ਬਿਸ਼ਨੋਈ ਆਕੇ ਉਸ ਤਰੀਕੇ ਸ਼ਾਰਪ ਸ਼ੂਟਿੰਗ ਆਪ ਕਰ ਰਿਹਾ ਹੈ। ਸੋ ਕੰਟਰੈਕਟ ਦਿੱਤਾ ਗਿਆ, ਕੰਟਰੈਕਟ ਦੇ ਕੇ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਔਰ ਇੱਕ ਮੋਟਾ ਪੈਸਾ ਸ਼ਾਇਦ ਇੱਕ ਦੇ ਦਿੱਤਾ ਗਿਆ, ਉਸ ਤੋਂ ਬਾਅਦ ਅੱਗੇ ਡਿਵਾਈਡੇਸ਼ਨ ਹੋਈ 15,000 ਦੇ ਵਿੱਚ। ਤੁਸੀਂ ਇਹ ਜ਼ਿਕਰ ਜ਼ਰੂਰ ਕਰਨਾ ਬਣਦਾ ਹੈ ਜਿਸ ਨੂੰ ਪਤਾ ਵੀ ਨਹੀਂ ਕਿ ਮੈਂ ਰੈਕੀ ਕਰ ਰਿਹਾ, 15,000 ਦੇ ਵਿੱਚ ਰੈਕੀ ਕੀਤੀ ਔਰ ਕਤਲ ਹੋ ਗਿਆ। ਬਿਲਕੁਲ, ਔਰ ਇਹ ਆਪਣੇ ਆਪ ਵਿੱਚ ਕੁਐਸਚਨ ਮਾਰਕ ਹੈਗਾ ਕਿ ਇੱਕ ਨਸ਼ਾ ਕਰਨ ਵਾਲਾ ਸ਼ਖਸ ਜਿਹੜਾ ਇੱਕ ਨਸ਼ੇੜੀ ਹੈ, ਬਾਈ ਨੇਚਰ ਨਸ਼ੇੜੀ ਹੈਗਾ, ਚਿੱਟਾ ਲੈਂਦਾ ਹੈ ਤੇ ਉਸ ਨੂੰ ਇਹ ਲੱਗਦਾ ਹੈ ਕਿ ਪਰਿਵਾਰ ਤੋਂ ਮੈਨੂੰ ਪੈਸਾ ਨਹੀਂ ਮਿਲ ਰਿਹਾ, ਉਸ ਨੂੰ ਇਕੱਠਾ 15-20 ਹਜ਼ਾਰ ਰੁਪਇਆ ਤੁਸੀਂ ਦੇਤਾ ਤਾਂ ਉਹਨੂੰ ਇਹ ਲੱਗਿਆ ਕਿ ਠੀਕ ਹੈ ਮੈਨੂੰ ਕਰਨਾ ਕੀ ਹੈ। ਔਰ ਇਹ ਵੀ ਗੱਲ ਜਿਹੜੀ ਨਿਕਲ ਕੇ ਸਾਹਮਣੇ, ਸੰਦੀਪ ਕੇਕੜਾ ਨੇ ਇਹ ਵੀ ਮੰਨਿਆ ਕਿ ਮੈਨੂੰ ਇਹ ਦੱਸਿਆ ਗਿਆ ਸੀ ਕਿ ਅਸੀਂ ਸਿਰਫ ਕੁੱਟਮਾਰ ਕਰਾਂਗੇ, ਕੁੱਟਮਾਰ ਕਰਨ ਲਈ ਆਵਾਂਗੇ ਤੇ ਇਹ ਨਹੀਂ ਸੀ ਪਤਾ ਕਿ ਇੰਨਾ ਵੱਡਾ ਜੁਰਮ ਜਿਹੜਾ ਹੈ ਉਸ ਨੂੰ ਅੰਜਾਮ ਦਿੱਤਾ ਜਾਵੇਗਾ। ਔਰ ਉਸ ਦਾ ਨਾ ਇਸ ਤੋਂ ਪਹਿਲਾਂ ਕਦੇ ਇਸ ਤਰੀਕੇ ਦੇ ਜੁਰਮ ਦੇ ਵਿੱਚ ਇਨਵੋਲਵ ਰਿਹਾ ਵੀ ਨਹੀਂ ਤੇ ਇਹ ਆਪਣੇ ਆਪ ਵਿੱਚ ਕਈ ਸਾਰੇ ਗਰਾਊਂਡ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਹਾਲਾਂਕਿ ਪੰਜਾਬ ਪੁਲਿਸ ਨੇ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਉਹ ਆਪਣੇ ਆਪ ਵਿੱਚ ਇੰਪੋਰਟੈਂਟ ਇਸ ਕਰਕੇ ਨੇ ਕਿਉਂਕਿ ਉਹ ਸਾਰੇ ਜਿਹੜੇ ਨਾਂ ਨੇ ਉਹਨਾਂ ਦਾ ਬੈਕਗ੍ਰਾਉਂਡਰ ਜਿਹੜਾ ਹੈਗਾ ਉਹ ਕੋਈ ਬਹੁਤਾ ਵੱਡਾ ਇਹ ਨਹੀਂ ਕਿ ਤੁਹਾਡੇ ਕੋਲ ਕੋਈ ਕ੍ਰਾਈਮ ਫਾਈਲ ਉਹਨਾਂ ਦੇ ਅਗੇਂਸਟ ਹੈਗੀ ਹੈ, ਕੋਈ ਹਿਸਟਰੀ ਉਹਨਾਂ ਦੀ ਹੈਗੀ ਹੈ, ਪਰ ਉਹਨਾਂ ਦੇ ਨਾਂ ਸਾਹਮਣੇ ਆਏ ਕਿਉਂਕਿ ਉਹ ਇਸੇ ਗੱਲ ਦੇ ਵਿੱਚ ਫਸੇ ਨੇ ਕਿ ਕਿਸੇ ਨੂੰ ਕਹਤਾ ਕਿ ਮਦਦ ਕਰ ਦੋ, ਸਿਰਫ ਇਹ ਗੱਡੀ ਭੇਜਣੀ ਹੈ, ਤੁਹਾਨੂੰ ਇੰਨੇ ਲੱਖ ਰੁਪਏ ਮਿਲ ਜਾਣਗੇ, ਇੰਨੇ ਹਜ਼ਾਰ ਰੁਪਏ ਮਿਲ ਜਾਣਗੇ, ਜਾਂ ਕਿਸੇ ਨੂੰ ਕਹਤਾ ਕਿ ਤੁਸੀਂ ਜਾ ਕੇ ਸਿਰਫ ਇਹ ਪਤਾ ਕਰ ਦੋ ਕਿ ਅੱਜ ਨਿਕਲੇਗਾ ਜਾਂ ਨਹੀਂ ਨਿਕਲੇਗਾ, ਇਸ ਨੂੰ ਕਨਫਰਮ ਕਰ ਦੋ, ਤੁਹਾਨੂੰ ਇਤਨੇ ਹਜ਼ਾਰ ਦੇ ਦਾਂਗੇ। ਸੋ ਛੋਟੇ ਛੋਟੇ ਪੈਸੇ ਲਈ ਛੋਟੇ ਛੋਟੇ ਕੰਮ, ਯਾਨੀ ਪੂਰੇ ਦਾ ਪੂਰਾ ਕ੍ਰਾਈਮ ਜਿਹੜਾ ਸੀਗਾ ਉਸ ਦਾ ਸੈਗਰੀਗੇਸ਼ਨ ਕਰਕੇ ਉਸ ਨੂੰ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਮਾਈਨਿਊਟ ਕੰਮ ਜਿਹੜੇ ਹੈਗੇ, ਛੋਟੇ ਛੋਟੇ ਕੰਮ ਜਿਹੜੇ ਹੈਗੇ ਉਹ ਕੁਝ ਹਜ਼ਾਰ ਦੇ ਵਿੱਚ ਕਰਾ ਲਏ ਗਏ। ਬਿਲਕੁਲ ਬਿਲਕੁਲ, ਬਹੁਤ ਵੱਡੀ ਤਰਾਸਦੀ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ, ਖਾਸ ਤੌਰ ਤੇ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੇ ਨਾਲ ਇਹ ਸਾਰੇ ਗੈਂਗ ਜਿਹੜੇ ਨੇ ਉਹ ਜ਼ਿੰਦਾ ਹੁੰਦੇ ਨੇ, ਬਣਦੇ ਨੇ ਤਾਂ ਉਸ ਤੋਂ ਬਾਅਦ ਅੱਗੇ ਇਹਨਾਂ ਦੀ ਲਾਈਫ ਚੱਲਦੀ ਹੈ ਔਰ ਕਿਵੇਂ ਛੋਟੇ ਛੋਟੇ ਗੁਰਗੇ ਜਿਹੜੇ ਨੇ ਆਪਣੇ ਪਾਲਦੇ ਨੇ, ਉਸ ਤੋਂ ਬਾਅਦ ਇਹਨਾਂ ਤੋਂ ਵੱਡੇ ਵੱਡੇ ਕੰਮ ਕਰਾਉਂਦੇ ਨੇ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਤਿਹਾੜ ਜੇਲ੍ਹ ਦੇ ਵਿੱਚ ਆਲਰੇਡੀ ਬੰਦ ਹੋਵੇ ਕੋਈ ਸ਼ਖਸ, ਕੋਈ ਗੈਂਗਸਟਰ, ਤਾਂ ਉਸਦੇ ਵੱਲੋਂ ਫਿਰ ਵੀ ਇੰਨੇ ਸਟਰੋਂਗ ਨੈਟਵਰਕ ਨੇ ਕਿ ਉਸਦੇ ਵੱਲੋਂ ਪੰਜਾਬ ਦੇ ਵਿੱਚ ਬੈਠੇ, ਜੇਲ੍ਹਾਂ 'ਚ ਬੈਠੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੋਵੇ, ਉਸ ਤੋਂ ਬਾਅਦ ਅੱਗੇ ਹੋਰ ਗੁਰਗਿਆਂ ਦੇ ਨਾਲ ਕਨੈਕਸ਼ਨ ਹੋਵੇ ਤਾਂ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੋਏ, ਸੌ ਖਾਦੀ ਗਈ। ਕਿਉਂਕਿ ਜੇਕਰ ਬੈਕਗ੍ਰਾਉਂਡ ਦੀ ਗੱਲ ਕੀਤੀ ਜਾਵੇ ਤਾਂ ਕੋਈ ਗਰੀਬ ਘਰੋਂ ਨਹੀਂ ਹੈ ਲਾਰੈਂਸ ਬਿਸ਼ਨੋਈ। ਹੁਣ ਤੱਕ ਜਿੰਨੀ ਕੁ ਜਾਣਕਾਰੀ ਪਹੁੰਚੀ ਹੈ ਕਿ ਬਹੁਤ ਵਧੀਆ ਇੱਕ ਵੈਲ ਸੈਟਲਡ ਫੈਮਿਲੀ ਹੈਗੀ ਹੈ ਜਿਸ ਤੋਂ ਬਿਲੋਂਗ ਕਰਦਾ ਹੈ, ਪਰ ਉਸ ਦੇ ਬਾਵਜੂਦ ਇਹ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ, ਇੱਕ ਰੈਪੂਟੇਸ਼ਨ ਕਹਿ ਸਕਦੇ ਹਾਂ, ਉਸ ਨੂੰ ਵੀ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਹਿ ਲਈਏ ਕਿ ਫੋਕੀ ਸਾਖ ਦਾ ਜ਼ਿਕਰ ਜ਼ਰੂਰ ਕਰੀਏ ਕਿਉਂਕਿ ਜਦੋਂ ਕਤਲ ਕਰਕੇ ਜ਼ਿੰਮੇਵਾਰੀ ਲੈ ਲੈਣੀ, ਇੱਕ ਡਰ ਪੈਦਾ ਕਰਨਾ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਅੱਗੇ ਉਹਨਾਂ ਨੇ ਧਮਕੀਆਂ ਦੇਣੀਆਂ ਹੁੰਦੀਆਂ ਨੇ, ਇਸ ਤਰ੍ਹਾਂ ਦੇ ਨਾਲ ਇੱਕ ਨੈਟਵਰਕ ਸਾਧਿਆ ਜਾਂਦਾ ਹੈ, ਕਹਿ ਸਕਦੇ ਹਾਂ। ਦੇਖੋ ਇਹ ਬੜਾ ਸਿੰਪਲ ਹੈ ਗੁਰਜੋਤ, ਕਿ ਇੱਕ ਤਾਂ ਇਹਦੇ ਵਿੱਚ ਨਾ ਇਹ ਨਹੀਂ ਕਿ ਸਿਰਫ ਅਕਸ, ਕਿਉਂਕਿ 100 ਕਿੱਲੇ ਜ਼ਮੀਨ ਜਿਹੜੀ ਹੈਗੀ ਹੈ ਉਹ ਲਾਰੈਂਸ ਦੇ ਪਰਿਵਾਰ ਦੇ ਕੋਲ ਹੈਗੀ ਹੈ, ਜਿਹੜੀ ਇਨੀਸ਼ੀਅਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ, ਯਾਨੀ ਰੱਜੇ ਪੁੱਜੇ ਪਰਿਵਾਰ ਦਾ ਮੁੰਡਾ ਹੈਗਾ। ਪਰ ਇਹ ਸਾਰੇ ਜਿਸ ਗਰਾਊਂਡ ਤੋਂ ਆਉਂਦੇ ਨੇ, ਲਾਰੈਂਸ ਬਿਸ਼ਨੋਈ ਦੀ ਗੱਲ ਕਰ ਲਈ ਜਾਵੇ, ਉਸ ਤੋਂ ਪਹਿਲਾਂ ਦੇ ਗੈਂਗਸਟਰਸ ਦੀ ਗੱਲ ਕਰ ਲਈ ਜਾਵੇ, ਸਟੂਡੈਂਟ ਲਾਈਫ ਤੋਂ ਸ਼ੁਰੂ ਹੁੰਦੀ ਹੈਗਾ, ਉਹ ਸਟੂਡੈਂਟ ਪੋਲਿਟਿਕਸ ਤੋਂ ਸ਼ੁਰੂ ਹੁੰਦੀ ਹੈ ਔਰ ਪੋਲਿਟਿਕਸ ਤੋਂ ਸ਼ੁਰੂ ਹੋ ਕੇ ਹੌਲੀ ਹੌਲੀ ਸਟੂਡੈਂਟ ਪੋਲਿਟਿਕਸ ਤੋਂ ਨਿਕਲ ਕੇ ਜਦੋਂ ਛੋਟੇ ਮੋਟੇ ਕੇਸ ਇਹਨਾਂ ਦੇ ਪੈਂਦੇ, ਕੁੱਟਮਾਰ ਦਾ ਕੇਸ ਪੈ ਗਿਆ ਜਾਂ ਇਹਨਾਂ ਦੇ ਪਿੱਛੇ ਜਿਹੜੇ ਪੋਲਿਟੀਕਲ ਸਪੋਰਟਸ ਹੁੰਦੀਆਂ ਨੇ ਉਹ ਇਹਨਾਂ ਨੂੰ ਕਹਿੰਦੀਆਂ ਨੇ ਕਿ ਉਹੀ ਗੱਲ, ਫਿਰ ਮੈਂ ਉਹੀ ਗੱਲ ਦੁਹਰਾ ਰਿਹਾ ਜਿਹੜੀ ਪੰਜਾਬ ਦੇ ਵਿੱਚ ਅਕਸਰ ਕਹੀ ਜਾਂਦੀ ਹੈ ਕਿ ਇਹ ਆਪਣਾ ਬੰਦਾ ਹੈ। ਕਿ ਸੋ ਬਿਲਕੁਲ ਲਗਾਤਾਰ ਜਿਹੜੀ ਹੈ ਉਹ ਇਸ ਤੇ ਚਰਚਾ ਅਸੀਂ ਕਰ ਰਹੇ ਹਾਂ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਨਜ਼ਰ ਆ ਰਹੇ ਨੇ। ਜੇਕਰ ਜ਼ਿਕਰ ਕੀਤਾ ਜਾਵੇ ਇਸ ਵੇਲੇ ਲਾਰੈਂਸ ਬਿਸ਼ਨੋਈ ਕਸਟਡੀ ਦੇ ਵਿੱਚ ਹੈ, ਪੰਜਾਬ ਪੁਲਿਸ ਦੇ ਰਿਮਾਂਡ ਤੇ ਹੈ, 7 ਦਿਨ ਪੁੱਛਗਿੱਛ ਹੋਏਗੀ, ਲੰਬੀ ਸਵਾਲ ਜਵਾਬਾਂ ਦੀ ਜਿਹੜੀ ਹੈ ਉਹ ਕੜੀ ਦਰ ਕੜੀ ਜੁੜਦੀ ਹੋਈ ਨਜ਼ਰ ਆਏਗੀ। ਸਿੱਧੇ ਤੌਰ ਤੇ ਕੋਸ਼ਿਸ਼ ਹੋਏਗੀ ਪੰਜਾਬ ਪੁਲਿਸ ਦੀ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਹੈ ਉਹ ਉਗਲਵਾਈ ਜਾਵੇ, ਨਿਕਲਵਾਈ ਜਾਵੇ ਕਿ ਜੇਲ੍ਹ ਦੇ ਵਿੱਚ ਰਹਿ ਕੇ ਕਿਵੇਂ ਸਾਰਾ ਨੈਕਸਸ ਚਲਾਇਆ ਗਿਆ। ਕਿਉਂਕਿ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ 29 ਤਰੀਕ ਦਾ ਉਹ ਦਿਨ ਜਦੋਂ ਸ਼ਾਮ ਨੂੰ 5:30 ਵਜੇ ਦੇ ਕਰੀਬ ਖਬਰ ਆਉਂਦੀ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਔਰ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਨੇ। ਉਸ ਤੋਂ ਬਾਅਦ ਖੁਲਾਸੇ ਹੁੰਦੇ ਨੇ, ਉਸ ਤੋਂ ਬਾਅਦ ਖੁਲਾਸੇ ਇਹ ਹੁੰਦੇ ਨੇ ਕਿ ਸ਼ਾਰਪ ਸ਼ੂਟਰ ਸੀਗੇ, ਆਟੋਮੈਟਿਕ ਹਥਿਆਰ ਸੀਗੇ, ਜਿਸ ਤਰ੍ਹਾਂ ਦੇ ਨਾਲ ਪੂਰੀ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਲਗਾਤਾਰ ਨਜ਼ਰ ਬਣੀ ਸੀ ਲਾਰੈਂਸ ਬਿਸ਼ਨੋਈ ਤੇ ਕਿ ਆਖਰਕਾਰ ਕਿਵੇਂ ਇਹ ਪੂਰੀ ਜ਼ਿੰਮੇਵਾਰੀ ਲੈ ਲਈ ਗਈ ਹੈ, ਕਿਵੇਂ ਇਹ ਪੂਰਾ ਨੈਕਸਸ ਜਿਹੜਾ ਹੈ ਉਹ ਨਜ਼ਰ ਆਇਆ। ਤਾਂ ਪਹਿਲਾਂ ਵੀ ਕਤਲ ਹੋਏ ਨੇ, ਪਹਿਲਾਂ ਵੀ ਜ਼ਿੰਮੇਵਾਰੀਆਂ ਲਈਆਂ ਗਈਆਂ ਨੇ, ਪਰ ਜ਼ਿਕਰ ਇੱਥੇ ਹੋ ਰਿਹਾ ਸੀ ਕਿ ਸਿੱਧੂ ਮੂਸੇਵਾਲਾ
ਜੋ ਕਿ ਕਤਲ ਜਿਸ ਦਾ ਕੀਤਾ ਗਿਆ ਉਸ ਤੇ ਇਲਜ਼ਾਮ ਲਗਾਏ ਗਏ, ਕਹ ਲਈਏ ਕਿ ਕਾਰਨ ਦੱਸਿਆ ਗਿਆ ਕਤਲ ਦਾ ਕਿ ਇਸ ਦੀ ਇਨਵੋਲਵਮੈਂਟ ਸੀ ਵਿੱਕੀ ਮਿੱਡੂ ਖੇੜਾ ਕਤਲ ਦੇ ਵਿੱਚ। ਤਾਂ ਉਸ ਤੋਂ ਬਾਅਦ ਅਸੀਂ ਸ਼ਖਸ ਨੂੰ ਇਸ ਤਰ੍ਹਾਂ ਦੇ ਨਾਲ ਮੌਤ ਦੇ ਘਾਟ ਉਤਾਰਿਆ ਜਾਂ ਫਿਰ ਸਿੱਧੂ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ। ਤਾਂ ਲਗਾਤਾਰ ਨੈਟਵਰਕ ਕਹਿ ਸਕਦੇ ਆ ਕਿ ਅਸੀਂ ਜੁੜਦਾ ਹੋਇਆ ਇੱਥੇ ਨਜ਼ਰ ਆਇਆ, ਕੜੀ ਦਰ ਕੜੀ ਜੁੜਦੀ ਹੋਈ ਨਜ਼ਰ ਆਈ ਕਿ ਆਖਰਕਾਰ ਇਹ ਲੋਕ ਕੌਣ ਸੀਗੇ, ਕਿਉਂਕਿ ਜਦੋਂ ਜ਼ਿਕਰ ਹੁੰਦਾ ਹੈ ਕਿ 7 ਸ਼ਾਰਪ ਸ਼ੂਟਰ ਨੇ, 9 ਸ਼ਾਰਪ ਸ਼ੂਟਰ ਨੇ, ਪਰ ਉਸ ਦੇ ਵਿੱਚ ਅਜੇ ਪੁਸ਼ਟੀ ਜਿਹੜੀ ਹੈ ਕਿਸੇ ਤੱਕ ਕਹਿ ਸਕਦੇ ਆ ਕਿ ਨਹੀਂ ਕੀਤੀ ਜਾ ਰਹੀ। ਜਾਂ ਫਿਰ ਇੱਕ ਹੋਰ ਇੱਥੇ ਜੇਕਰ ਅਸੀਂ ਜਾਣਕਾਰੀ ਜੋੜ ਦਈਏ ਕਿ ਸਿਰਫ ਇੱਕ ਸੂਬੇ ਤੱਕ ਸੀਮਤ ਨਹੀਂ ਸੀ ਇਹ ਸਾਰਾ ਕਤਲकांड, ਇਸ ਦੇ ਵਿੱਚ ਹਰਿਆਣਾ ਵੀ ਆ ਕੇ ਇਨਵੋਲਵ ਹੁੰਦਾ ਹੈ, ਰਾਜਸਥਾਨ ਵੀ ਆ ਕੇ ਇਨਵੋਲਵ ਹੁੰਦਾ ਹੈ, ਇਸ ਤੋਂ ਇਲਾਵਾ ਪੰਜਾਬ ਤਾਂ ਹੈ ਹੀ ਹੈ, ਤਾਂ ਮਹਾਰਾਸ਼ਟਰ ਦੇ ਵਿੱਚ ਔਰ ਪੁਣੇ ਤੱਕ ਜਿਹੜੇ ਤਾਰ ਨੇ ਜੁੜਦੇ ਹੋਏ ਨਜ਼ਰ ਆ ਰਹੇ ਨੇ।